ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ 'ਚ ਖਾਲਿਸਤਾਨ ਰੈਫਰੈਂਡਮ ਲਈ ਸਿੱਖ ਸੰਗਤਾਂ ਨੇ ਪਾਈਆਂ ਰਿਕਾਰਡ ਤੋੜ ਵੋਟਾਂ। ਭਾਰਤ ਨੂੰ ਪੱਛਮ ਨੇ ਕੁਝ ਦਿਨਾਂ 'ਚ ਹੀ ਵਪਾਰਕ ਅਤੇ ਸਿਆਸੀ ਖੇਤਰ ਵਿੱਚ ਦਿੱਤੇ ਦੋ ਵੱਡੇ ਝਟਕੇ। ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਮੀਟਿੰਗ 'ਚ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ। ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ 29 ਜਨਵਰੀ ਨੂੰ ਹੋਏ ਖਾਲਿਸਤਾਨ ਰੈਫਰੈਂਡਮ ਮੌਕੇ ਹਿੰਦੂਤਵੀ ਏਜੰਸੀਆਂ ਦੇ ਮੂੰਹ ਤੇ ਕਰਾਰਾ ਤਮਾਚਾ ਜੜਦਿਆਂ ਮੈਲਬਰਨ ਵਸਦੇ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਰਿਕਾਰਡ ਤੋੜ ਵੋਟਾਂ ਪਾ ਕੇ ਹਿੰਦੁਸਤਾਨੀ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਮੈਲਬਰਨ ਸ਼ਹਿਰ ਦੇ ਫੈਡਰੇਸ਼ਨ ਸਕੁਅਰ ਤੇ ਵੋਟਾਂ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ, ਜਿਸ ਲਈ ਸਵੇਰੇ 6 ਵਜੇ ਤੋਂ ਹੀ ਲੋਕ ਲਾਈਨਾਂ ਬਣਾ ਕੇ ਖੜ ਗਏ। ਕਿਲੋਮੀਟਰ ਤੋਂ ਵੀ ਲੰਮੀਆਂ ਲਾਈਨਾਂ ਵਿੱਚ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦਿਆਂ ਸਭ ਨੂੰ 2 ਤੋਂ 4 ਘੰਟੇ ਦਾ ਸਮਾਂ ਲੱਗਦਾ ਰਿਹਾ, ਪਰ ਇਸ ਦੇ ਬਾਵਜੂਦ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆਪਣੇ ਬੱਚਿਆਂ ਸਮੇਤ ਬਜ਼ੁਰਗ ਘੰਟਿਆਂਬੰਦੀ ਲਾਈਨਾਂ ਵਿੱਚ ਖੜੇ ਰਹੇ ਤੇ ਖਾਲਿਸਤਾਨ ਦੇ ਹੱਕ ਵਿੱਚ ਵੋਟਾਂ ਪਾਈਆਂ। ਜਿਹੜੇ ਲੋਕ ਕਹਿੰਦੇ ਸੀ ਕਿ ਸਿਰਫ ਮੁੱਠੀ ਭਰ ਲੋਕ ਹੀ ਖਾਲਿਸਤਾਨ ਦੀ ਮੰਗ ਕਰਦੇ ਹਨ, ਮੈਲਬਰਨ ਵਿੱਚ ਹੋਏ ਇਸ ਇਕੱਠ ਨੇ ਉਹਨਾਂ ਦੇ ਮੂੰਹ ਤੇ ਬੜੀ ਕਰਾਰੀ ਚਪੇੜ ਮਾਰੀ ਹੈ। ਵੋਟਾਂ ਪਾਉਣ ਦਾ ਸਮਾਂ ਸ਼ਾਮ 5 ਵਜੇ ਸਮਾਪਤ ਹੋ ਗਿਆ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਵੋਟ ਪਾਉਣ ਤੋਂ ਵਾਂਝੇ ਰਹਿ ਗਏ ਹਨ, ਜਿਸ ਬਾਬਤ ਹੁਣ UNO ਕਮਿਸ਼ਨ ਤੈਅ ਕਰੇਗਾ ਕਿ ਜਿਹੜੇ ਲੋਕ ਇੰਨਾ ਲੰਮਾ ਸਮਾਂ ਲਾਈਨਾਂ ਵਿੱਚ ਖੜੇ ਰਹੇ ਪਰ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ, ਉਹ ਵੋਟ ਕਦੋਂ, ਕਿਵੇਂ ਤੇ ਕਿੱਥੇ ਪਾ ਸਕਣਗੇ। ਵੋਟਾਂ ਦੇ ਦੌਰਾਨ ਕੁਝ ਸ਼ਰਾਰਤੀ ਅਨਸਰ ਤਿਰੰਗੇ ਝੰਡੇ ਲੈ ਕੇ ਪਹੁੰਚੇ ਤੇ ਹਿੰਦੁਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ, ਜਿਸ ਨੂੰ ਖਾਲਸਾਈ ਝੰਡੇ ਹੱਥਾਂ ਵਿੱਚ ਲੈ ਕੇ ਖੜੇ ਨੌਜਵਾਨਾਂ ਨੇ ਖਦੇੜ ਦਿੱਤਾ। ਇਸ ਤੋਂ ਪਹਿਲਾਂ ਵੀ ਇਹਨਾਂ ਸ਼ਰਾਰਤੀ ਅਨਸਰਾਂ ਨੇ ਮੈਲਬਰਨ ਦੇ ਕੁਝ ਮੰਦਰਾਂ ਦੀਆਂ ਇਮਾਰਤਾਂ ਤੇ ਕੁਝ ਨਫ਼ਰਤ ਭਰੀ ਸ਼ਬਦਾਵਲੀ ਲਿਖ ਕੇ ਇਸ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਕੀਤਾ ਕਾਰਾ ਦਰਸਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਸਨ, ਤਾਂ ਜੋ ਰੈਫਰੈਂਡਮ ਦੀ ਮੁਹਿੰਮ ਨੂੰ ਬਦਨਾਮ ਕਰਕੇ ਇਸ ਤੇ ਕਿਸੇ ਤਰ੍ਹਾਂ ਰੋਕ ਲਗਾਈ ਜਾ ਸਕੇ, ਜੋ ਕਾਮਯਾਬ ਨਹੀਂ ਹੋਇਆ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਹਰਨੇਕ ਸਿੰਘ ਫੌਜੀ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਜਥੇਬੰਦੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਥੇਬੰਦੀ ਦੇ ਪ੍ਰਧਾਨ ਹਰਨੇਕ ਸਿੰਘ ਸਿੱਖ ਕੌਮ ਲਈ ਹਮੇਸ਼ਾ ਸੰਘਰਸ਼ ਕਰਦੇ ਆਏ ਹਨ ਅਤੇ ਜਿਸ ਤਰ੍ਹਾਂ ਪ੍ਰਧਾਨ ਨੂੰ ਪੁਲਿਸ ਬਿਨਾਂ ਯੂਨੀਫਾਰਮ ਤੋਂ ਘਰੋਂ ਗ੍ਰਿਫਤਾਰ ਕਰਕੇ ਲੈ ਗਈ, ਇਹ ਬਹੁਤ ਮੰਦਭਾਗੀ ਘਟਨਾ ਹੈ। ਇਸ ਗ੍ਰਿਫਤਾਰੀ ਦੇ ਰੋਸ ਵਜੋਂ ਜਥੇਬੰਦੀ ਨਾਲ ਜੁੜੀਆਂ ਸੰਗਤਾਂ ਵੱਲੋਂ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਗਿਆ। ਇਸ ਭਾਰੀ ਰੋਸ ਦੇ ਚੱਲਦਿਆਂ ਦੇਰ ਸ਼ਾਮ ਜਥੇਬੰਦੀ ਦੇ ਪ੍ਰਧਾਨ ਨੂੰ ਛੱਡ ਦਿੱਤਾ ਗਿਆ। ਅੱਜ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਭਾਈ ਹਰਨੇਕ ਸਿੰਘ ਫੌਜੀ ਨੂੰ ਪੰਜਾਬ ਪੁਲਿਸ ਚੱਕ ਕੇ ਲੈ ਗਈ ਜੀ। ਅੱਜ ਉਹਨਾਂ ਦੇ ਬੇਟੇ ਦੀ ਪਾਸਪੋਰਟ ਦੀ ਅਪਾਇੰਟਮੈਂਟ ਸੀਗੀ, ਉਹਦੇ ਸੰਬੰਧ 'ਚ ਉਹਨਾਂ ਨੇ ਜਾਣਾ ਸੀ ਤੇ ਬਗੈਰ ਵਰਦੀ ਤੋਂ ਪੁਲਿਸ ਮੁਲਾਜ਼ਮ ਆਏ, ਭਾਈ ਹਰਨੇਕ ਸਿੰਘ ਫੌਜੀ ਨੂੰ ਉਹਦੇ ਘਰੋਂ ਚੱਕ ਕੇ ਲੈ ਗਏ ਤੇ ਬਹੁਤ ਹੀ ਮਾੜੀ ਘਟਨਾ ਹੈ ਜੀ। ਤੇ ਹਰਨੇਕ ਸਿੰਘ ਫੌਜੀ ਜਿਹੜਾ ਪੰਜਾਬ ਨੂੰ ਔਰ ਸਿੱਖ ਕੌਮ ਨੂੰ ਸਮਰਪਿਤ ਸੀ, ਜਿਹਨੇ ਪਿਛਲੇ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਖਾਲਸੇ ਦੇ ਜਨਮ ਸਥਾਨ ਤੋਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕਿਆ ਸੀਗਾ ਜੀ। ਇਸ ਕਰਕੇ ਸ਼ੁਰੂ ਤੋਂ ਹੀ ਫੌਜੀ ਬਹੁਤ ਪੰਜਾਬ ਨੂੰ ਔਰ ਸਿੱਖ ਕੌਮ ਨੂੰ ਪਿਆਰ ਕਰਦਾ ਸੀ। ਸ਼ੰਭੂ ਮੋਰਚੇ ਤੇ ਵੀ ਇਸ ਨੌਜਵਾਨ ਦੀ ਬਹੁਤ ਵੱਡੀ ਦੇਣ ਹੈ, ਬਹੁਤ ਵੱਡੀ ਸੇਵਾ ਹੈ। ਇਸੇ ਤਰ੍ਹਾਂ ਦਿੱਲੀ ਜਦੋਂ ਕਿਸਾਨੀ ਮੋਰਚਾ ਲੱਗਿਆ, ਉਸ ਵੇਲੇ ਵੀ ਭਾਈ ਹਰਨੇਕ ਸਿੰਘ ਫੌਜੀ ਲਗਾਤਾਰ ਉੱਥੇ ਹਾਜ਼ਰ ਰਹੇ ਔਰ ਸੇਵਾ ਕਰਦੇ ਰਹੇ। ਦੀਪ ਸਿੱਧੂ ਨੇ ਇਹਨਾਂ ਗੱਲਾਂ ਨੂੰ ਦੇਖ ਕੇ ਹੀ ਭਾਈ ਹਰਨੇਕ ਸਿੰਘ ਫੌਜੀ ਨੂੰ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਪ੍ਰਧਾਨ ਬਣਾਇਆ ਸੀ। ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਪੁਲਿਸ ਭਾਈ ਹਰਨੇਕ ਸਿੰਘ ਫੌਜੀ ਨੂੰ ਪਰੇਸ਼ਾਨ ਕਰ ਰਹੀ ਹੈ। ਜਥੇਬੰਦੀ ਨੇ ਇਹਦੇ ਬਾਰੇ 3-4 ਵਾਰ ਮੀਟਿੰਗ ਵੀ ਕਰੀ ਸੀ ਤੇ ਫੌਜੀ ਸਾਹਿਬ ਦੇ ਇਲਾਕੇ ਦੀ ਸੰਗਤ ਜਾ ਕੇ SSP ਨਵਾਂ ਸ਼ਹਿਰ ਨੂੰ ਮਿਲੇ ਵੀ ਸੀਗੇ। ਇਹਦਾ ਕਾਰਨ ਕੀ ਹੋ ਸਕਦਾ ਜੀ ਗ੍ਰਿਫਤਾਰੀ ਦੇ? ਇਹਦੀ ਗ੍ਰਿਫਤਾਰੀ ਦਾ ਕਾਰਨ ਹੈ ਜੀ, ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਸ ਦਿਨ ਤੋਂ ਮੋਰਚਾ ਲੱਗਿਆ, ਭਾਈ ਹਰਨੇਕ ਸਿੰਘ ਫੌਜੀ ਉਰੇ ਲਗਾਤਾਰ ਸਮਰਪਿਤ ਹੋ ਕੇ ਮੋਰਚੇ ਨੂੰ ਸੇਵਾ ਕਰ ਰਹੇ ਨੇ। ਨੰਬਰ 2 ਤੇ ਇਹ ਹੈ ਕਿ ਉਹਨੂੰ ਪਿਛਲੇ ਕਾਫੀ ਸਮੇਂ ਤੋਂ ਪਤਾ ਨਹੀਂ ਕੀ ਗੱਲ ਹੈ, ਕੀ ਬਾਤ ਹੈ ਹਨਾ, ਉਹਨੂੰ ਕਾਫੀ ਸਮੇਂ ਤੋਂ ਪੁਲਿਸ ਡਰਾ ਧਮਕਾ ਰਹੀ ਹੈ ਕਿ ਜਾਂ ਤਾਂ ਉਹਨਾਂ ਦੇ ਮਨਸਾ ਹੈ ਕਿ ਉਹ ਜਥੇਬੰਦੀ ਨੂੰ ਛੱਡ ਜਾਵੇ, ਲੇਕਿਨ ਉਹ ਅਡੋਲ ਖੜੇ ਰਹੇ। ਉਹ ਪੰਜਾਬ ਨੂੰ ਔਰ ਸਿੱਖ ਕੌਮ ਨੂੰ ਸਮਰਪਿਤ ਨੌਜਵਾਨ ਹੈ ਜੀ ਸਾਡਾ। ਤੁਸੀਂ ਇੱਕ ਗੱਲ ਦੇਖੋ ਕਿ ਜਿਹਨੇ ਆਪਣੀ ਪੂਰੀ ਜਵਾਨੀ ਸਾਰਿਆਂ ਦੀ ਰਾਖੀ ਕਰਨ ਵਾਸਤੇ ਫੌਜ ਦੇ ਨਾਲ, ਫੌਜ ਦੇ ਵਿੱਚ ਨੌਕਰੀ ਕਰਦੇ ਹੋਏ ਬਾਰਡਰਾਂ ਤੇ ਪੰਜਾਬ ਦੀ, ਪੂਰੇ ਦੇਸ਼ ਦੀ ਰੱਖਿਆ ਕੀਤੀ, ਅੱਜ ਉਸੇ ਨੌਜਵਾਨ ਨੂੰ ਜਦੋਂ ਸਿੱਖੀ ਨੂੰ ਸਮਰਪਿਤ ਹੋ ਗਿਆ, ਪੰਜਾਬ ਨੂੰ ਸਮਰਪਿਤ ਹੋ ਗਿਆ, ਪੰਜਾਬ ਪੁਲਿਸ ਲਗਾਤਾਰ ਪਿਛਲੇ 2-3 ਮਹੀਨਿਆਂ ਤੋਂ ਤੰਗ ਪਰੇਸ਼ਾਨ ਕਰ ਰਹੀ ਹੈ। ਤੁਹਾਡੀ ਪੁਲਿਸ ਮੁਲਾਜ਼ਮਾਂ ਨਾਲ ਗੱਲ ਹੋਈ ਹੈ, ਕੋਈ ਕਹਿੰਦੇ ਉਸ ਬਾਰੇ? ਜਿਹੜੇ ਦੇਖੋ ਸਾਨੂੰ 4-5 ਨੰਬਰ ਜਿਹੜੇ ਦੇ ਕੇ ਗਏ ਸੀ, ਉਹ ਸਾਰੇ ਫੋਨ ਉਹਨਾਂ ਦੇ ਬੰਦ ਆਉਂਦੇ ਨੇ ਜੀ। ਹੁਣ ਮੇਰੀ ਮੈਂ ਮਨਜੀਤ ਸਿੰਘ ਕਰਤਾਰਪੁਰ ਦੀ ਡਿਊਟੀ ਲਾਈ ਹੈ ਕਿ ਸਾਨੂੰ ਪਤਾ ਕਰਕੇ ਦੱਸੋ, ਨਹੀਂ ਵਾਰਿਸ ਪੰਜਾਬ ਦੀ ਜਥੇਬੰਦੀ ਔਰ ਕੌਮੀ ਇਨਸਾਫ ਮੋਰਚਾ ਕੋਈ ਵੱਡਾ ਜਿਹੜਾ ਹੈਗਾ ਸੰਘਰਸ਼ ਵਿੱਢੂਗਾ। ਕੋਈ ਟਾਈਮ ਫਰੇਮ ਫਿਕਸ ਕੀਤਾ ਹੈ, ਕਦੋਂ ਤੱਕ ਵੇਟ ਕਰ ਸਕਦੇ ਤੁਸੀਂ? ਭਾਈ ਮਨਜੀਤ ਸਿੰਘ ਕਰਤਾਰਪੁਰ ਨੇ ਮੈਨੂੰ ਦੱਸਿਆ ਜੀ ਵੀ ਉਹਨਾਂ ਨੇ 1 ਘੰਟੇ ਦੇ ਵਿੱਚ ਉਹਨੂੰ ਮਨਜੀਤ ਸਿੰਘ ਕਰਤਾਰਪੁਰ ਨੂੰ ਬੁਲਾਇਆ।
1 ਘੰਟੇ ਦੇ ਵਿੱਚ ਪੰਜਾਬ ਪੁਲਿਸ ਦੱਸ ਦੂਗੀ। ਨਹੀਂ ਤਾਂ ਜੇ ਉਹਨਾਂ ਨੇ ਨਾ ਸ਼ਾਮ ਤੱਕ ਕੋਈ ਕਾਰਵਾਈ ਕੀਤੀ ਤਾਂ ਵਾਰਸ ਪੰਜਾਬ ਦੇ ਜਥੇਬੰਦੀ ਔਰ ਕੌਮੀ ਇਨਸਾਫ ਮੋਰਚਾ ਇਕੱਠੇ ਇੱਕ ਹੋਰ ਸੰਘਰਸ਼ ਵਿੱਢਣਗੇ। ਹਰਨੇਕ ਸਿੰਘ ਦੇ ਪਰਿਵਾਰ ਦੇ ਨਾਲ ਵੀ ਕੋਈ ਗੱਲਬਾਤ ਹੋਈ ਆ? ਹਾਂਜੀ, ਅੱਜ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ। ਉਹਨਾਂ ਨੇ ਦੱਸਿਆ ਇੱਕ ਵੀਡੀਓ ਵੀ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੀ ਸਾਨੂੰ ਭੇਜੀ ਹੈ। ਉਹਨਾਂ ਦੇ ਵਰਦੀ ਨਹੀਂ ਪਾਈ ਹੋਈ। ਇਹ ਦੇਖੋ, ਦੀਪ ਸਿੱਧੂ ਇੱਕ ਗੱਲ ਕਹਿ ਗਿਆ ਸੀ ਕਿ ਭਗਵੰਤ ਮਾਨ ਬੇਅੰਤ ਸਿੰਘ ਬਣੂਗਾ। ਅੱਜ ਫੇਰ ਉਸੇ ਤਰਜ਼ ਤੇ ਜਿਹੜੇ ਹੈਗੇ ਨੇ ਪੰਜਾਬ ਪੁਲਿਸ ਵਾਲੇ ਬਿਨਾਂ ਵਰਦੀਆਂ ਤੋਂ ਆ ਕੇ, ਬਿਨਾਂ ਆਪਦੀਆਂ ਜਿਹੜੀਆਂ ਪਲੇਟਾਂ ਨੇਮਸ ਪਲੇਟਾਂ ਨੇ ਉਹਨਾਂ ਤੋਂ ਬਿਨਾਂ ਆ ਕੇ ਭਾਈ ਹਰਨੇਕ ਸਿੰਘ ਫੌਜੀ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ। ਔਰ ਵਾਰਸ ਪੰਜਾਬ ਦੀ ਜਥੇਬੰਦੀ ਔਰ ਕੌਮੀ ਇਨਸਾਫ ਮੋਰਚਾ ਪੂਰੀ ਸਿੱਖ ਕੌਮ ਭਾਈ ਹਰਨੇਕ ਸਿੰਘ ਫੌਜੀ ਨਾਲ ਡਟ ਕੇ ਖੜੀ ਹੈ ਜੀ। ਭਾਰਤ ਨੂੰ ਪੱਛਮ ਵੱਲੋਂ ਕੁਝ ਦਿਨਾਂ 'ਚ ਹੀ 2 ਵੱਡੇ ਝਟਕੇ ਦਿੱਤੇ ਗਏ ਹਨ। ਇਹ ਝਟਕੇ ਵਪਾਰਕ ਅਤੇ ਸਿਆਸੀ ਖੇਤਰ ਵਿੱਚ ਲੱਗੇ ਹਨ। ਬਰਤਾਨੀਆ ਦੇ ਪਬਲਿਕ ਬ੍ਰੌਡਕਾਸਟਰ BBC ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡਾਕੂਮੈਂਟਰੀ ਬਣਾਈ ਗਈ। ਇਸ ਵਿੱਚ ਮੋਦੀ ਦੇ ਮੁਸਲਮਾਨ ਕਤਲੇਆਮ ਵਿੱਚ ਰੋਲ ਨੂੰ ਸਪਸ਼ਟ ਦਿਖਾਇਆ ਗਿਆ। ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਬਦਨਾਮ ਭਾਰਤ ਨੇ ਇਸ ਡਾਕੂਮੈਂਟਰੀ ਤੇ ਵੀ ਰੋਕ ਲਗਾ ਦਿੱਤੀ। ਭਾਰਤ ਵਿੱਚ ਵਿਦਿਆਰਥੀ ਯੂਨੀਵਰਸਿਟੀਆਂ 'ਚ ਇਸ ਫਿਲਮ ਨੂੰ ਜਨਤਕ ਤੌਰ ਤੇ ਦੇਖਣ ਦੀ ਕੋਸ਼ਿਸ਼ ਕਰਦੇ ਗ੍ਰਿਫਤਾਰ ਕੀਤੇ ਜਾ ਰਹੇ ਹਨ। ਰੂਸ ਨੇ ਮੋਦੀ ਦਾ ਪੱਖ ਪੂਰਦਿਆਂ ਇਸ ਡਾਕੂਮੈਂਟਰੀ ਨੂੰ ਭਾਰਤ ਤੇ ਇਨਫੋਰਮੇਸ਼ਨ ਵਾਰ ਦਾ ਹਮਲਾ ਦੱਸਿਆ ਹੈ। ਦੂਜੇ ਪਾਸੇ ਵਪਾਰਕ ਖੇਤਰ ਵਿੱਚ ਮੋਦੀ ਦੇ ਖਾਸ ਗੁਜਰਾਤੀ ਵਪਾਰੀ ਅਡਾਨੀ ਦੀ ਬੇੜੀ ਨੂੰ ਅਮਰੀਕਾ ਦੇ ਇੱਕ ਰਿਸਰਚ ਅਦਾਰੇ ਦੀ ਰਿਪੋਰਟ ਨੇ ਡੋਬ ਦਿੱਤਾ ਹੈ। ਅਮਰੀਕਾ ਦੇ ਹਿਡਨਬਰਗ ਰਿਸਰਚ ਅਦਾਰੇ ਵੱਲੋਂ ਅਡਾਨੀ ਗਰੁੱਪ ਦੇ ਵਿੱਤੀ ਘਪਲਿਆਂ ਤੇ ਇੱਕ ਰਿਪੋਰਟ ਜਨਤਕ ਕੀਤੀ ਗਈ, ਜਿਸ ਤੋਂ ਬਾਅਦ ਕੁਝ ਦਿਨਾਂ 'ਚ ਹੀ ਅਡਾਨੀ ਗਰੁੱਪ ਨੂੰ $65 ਬਿਲੀਅਨ ਦਾ ਘਾਟਾ ਪੈ ਗਿਆ ਹੈ। ਅਡਾਨੀ ਗਰੁੱਪ ਦਾ ਮਾਲਕ 2014 ਵਿੱਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਭ ਤੋਂ ਤੇਜ਼ੀ ਨਾਲ ਅਮੀਰੀ ਵੱਲ ਵਧਿਆ ਹੈ। ਹੁਣ ਅਡਾਨੀ ਏਸ਼ੀਆ ਦਾ ਸਭ ਤੋਂ ਅਮੀਰ ਆਦਮੀ ਹੈ। ਅਡਾਨੀ ਨੂੰ ਜਿੱਥੇ ਮੋਦੀ ਰਾਜ ਵਿੱਚ ਸਰਕਾਰੀ ਪ੍ਰੋਜੈਕਟਾਂ ਤੋਂ ਵੱਡੀ ਕਮਾਈ ਕਰਵਾਈ ਗਈ, ਉੱਥੇ ਅਡਾਨੀ ਵੱਲੋਂ ਭਾਜਪਾ ਨੂੰ ਵੱਡਾ ਫੰਡ ਦੇਣ ਦੀਆਂ ਵੀ ਗੱਲਾਂ ਚੱਲਦੀਆਂ ਹਨ। ਕਿਹਾ ਜਾਂਦਾ ਹੈ ਕਿ ਅਡਾਨੀ ਰਾਹੀਂ ਮੋਦੀ ਆਪਣਾ ਆਰਥਿਕ ਪਸਾਰ ਕਰ ਰਿਹਾ ਹੈ। ਗੁਜਰਾਤ ਕਤਲੇਆਮ ਮੌਕੇ ਵੀ ਅਡਾਨੀ ਮੋਦੀ ਦੇ ਨਾਲ ਖੜਿਆ ਹੋਇਆ ਸੀ। ਪੱਛਮ ਦੇ 2 ਵੱਡੇ ਮੁਲਕਾਂ ਅਮਰੀਕਾ ਤੇ ਬਰਤਾਨੀਆ ਤੋਂ ਮੋਦੀ ਅਤੇ ਅਡਾਨੀ ਉੱਤੇ ਹੋਏ ਇਨ੍ਹਾਂ ਹਮਲਿਆਂ ਨੂੰ ਰੂਸ-ਯੂਕਰੇਨ ਜੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਰੂਸ-ਯੂਕਰੇਨ ਜੰਗ ਵਿੱਚ ਭਾਰਤ ਦਾ ਝੁਕਾਅ ਰੂਸ ਵੱਲ ਰਿਹਾ ਤੇ ਨਾਲ ਹੀ ਭਾਰਤ ਆਪਣੀ ਵਿਦੇਸ਼ ਨੀਤੀ ਰਾਹੀਂ ਪੱਛਮੀ ਮੁਲਕਾਂ ਤੋਂ ਵੀ ਨਿਆਮਤਾਂ ਲੈਣ ਦੀ ਕੋਸ਼ਿਸ਼ ਕਰਦਾ ਰਿਹਾ। ਪੱਛਮੀ ਬਲਾਕ ਵੱਲੋਂ ਕਈ ਵਾਰ ਭਾਰਤ ਨੂੰ ਰੂਸ ਤੋਂ ਕਿਨਾਰਾ ਕਰਨ ਲਈ ਕਿਹਾ ਗਿਆ, ਪਰ ਭਾਰਤ ਨੇ ਪੱਛਮ ਦੀਆਂ ਸਲਾਹਾਂ ਅਤੇ ਧਮਕੀਆਂ ਨੂੰ ਟਿੱਚ ਜਾਣਿਆ। ਹੁਣ ਜਦੋਂ ਜੀਓਪੋਲਿਟੀਕਲ ਟਕਰਾਅ ਤਿੱਖੇ ਹੋ ਰਹੇ ਹਨ ਤਾਂ ਪੱਛਮ ਦਾ ਭਾਰਤ ਪ੍ਰਤੀ ਇਹ ਰਵੱਈਆ ਭਾਰਤ ਨੂੰ ਕਿਸੇ ਵੱਡੀ ਮੁਸ਼ਕਲ ਵਿੱਚ ਫਸਾ ਸਕਦਾ ਹੈ। ਇਸ ਲਈ ਭਾਰਤ ਦੀ ਵਿਦੇਸ਼ ਨੀਤੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਧਾਇਕ ਹਰਸਿਮਰਤ ਕੌਰ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ। ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਜੋ ਆਪਣੀ ਬਣਦੀ ਸਜ਼ਾ ਤੋਂ ਦੁੱਗਣੀ ਸਜ਼ਾ ਭੁਗਤ ਚੁੱਕੇ ਹਨ ਅਤੇ ਬਲਾਤਕਾਰ ਤੇ ਕਤਲ ਵਰਗੇ ਸੰਗੀਨ ਜੁਰਮਾਂ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਸਿਆਸੀ ਲਾਹਾ ਲੈਣ ਲਈ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਸਰਕਾਰ ਦੀ ਇੱਕ ਕੌਮ ਪ੍ਰਤੀ ਦੋਹਰੀ ਕਾਨੂੰਨ ਨੀਤੀ ਬੇਪਰਦਾ ਹੋ गई है। एक देश में एक कानून हर एक के लिए होता है, लेकिन पिछले कुछ दिनों में ऐसे लग रहा है कि जैसे एक कम्युनिटी के लिए एक कानून है और सिखों के लिए दूसरा कानून है। एक तरफ तो जहां पे रेपिस्ट को, मर्डरर्स को पैरोल पे ऊपर पैरोल, फरलो मिल रही है, रिमिशंस मिल रही हैं, दूसरी तरफ जो सिख बंदी सिंह जो 30-30 साल से जेलों में कैद हैं, जिसको प्रधानमंत्री जी ने खुद 550 साल गुरु नानक देव जी के जन्मदिन पे उनको रिहा करने का वादा सिख कम्युनिटी के साथ किया था, उन लोगों को तो एक दिन की पैरोल नहीं मिली है। अपना जेल टर्म कंप्लीट एक बार ही नहीं 2-2 बार ही कर चुके, 30-30 साल से वहां पे वो सड़ रहे हैं, तो उनको तो छोड़ा नहीं जा रहा है। उनको तो कह रहे हैं दे आर अ थ्रेट ऑन नेशनल सिक्योरिटी, सरकार ऐसे बोलती है। और दूसरी तरफ से जो पॉलिटिकल फायदा दे सकते हैं, चाहे वो कन्विक्टेड रेपिस्ट और मर्डरर्स जो जेल टर्म सर्व कर रहे हैं, उनको हर 20-30 दिन बाद उनको फरलो और पैरोल मिल रहा है। तो सीधे सीधे उनको अब जिस तरह से वर्चुअल तरीके से सत्संग हो रहा है, सरकारी फंक्शंस के लिए रूलिंग पार्टी उनको इनवाइट कर रही है, तो क्या संदेशा आप भेज रहे हैं कि रेपिस्ट को रूलिंग पार्टी बेटी पढ़ाओ बेटी बचाओ, तो कहाँ गया फिर आपका ये सोच है कि क्या आपकी सोच है? और दूसरी तरफ पंजाब में आप एक कम्युनल डिसहार्मनी को स्प्रेड करने में आप कोई कसर नहीं छोड़ रहे। तो एक तो मैंने ये रेज किया, दूसरा मैंने ये रेज किया कि जब आप पाकिस्तान के साथ इंडस वाटर ट्रीटी को रीनेगोशिएट करने के बारे आप बात कर रहे हैं, तो जरा पंजाब के साथ भी जो रेपेरियन प्रिंसिपल में जो हमारे साथ धक्का कांग्रेस पार्टी ने करके हमारा पानी जिसके ऊपर सिर्फ हमारा राइट है दूसरे राज्यों को दे दिया, तो वो SYL का उसको भी रीनेगोशिएट करना चाहिए, क्योंकि हमारी पंजाब की सरकार तो इतनी कॉम्प्रोमाइज हो गई है अपने हाई कमांड के नीचे,
कि वो हमारे स्टेट्स को पानी को सेफगार्ड ही नहीं कर सकती, क्योंकि उनके बॉस ने, सरकार के सीएम के बॉस ने बोला कि ये पंजाब का पानी दूसरे राज्यों में जाना है, क्योंकि वहां से उन्होंने इलेक्शन लड़नी है। और तीसरी, जो किसानों की एमएसपी की कमेटी आपने बनाई है, किसानी आंदोलन उठाने के टाइम प्रधानमंत्री ने जबान दी थी, उस कमेटी को आप रद्द करें और एक नई कमेटी कॉन्स्टिट्यूट करें, और जो आपने वादा किया था कि स्टैच्यूटरी राइट एमएसपी को बनाया जाएगा, वो वादा किसानों के साथ आप पूरा करें। ਪੰਜਾਬ ਦੀਆਂ ਵੱਖ-ਵੱਖ ਚਰਚਾਂ 'ਚ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਰਿਕਾਰਡਾਂ ਨੂੰ ਖੰਗਾਲਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵੱਲੋਂ ਇਹ ਛਾਪੇਮਾਰੀ ਸਵੇਰੇ 6 ਵਜੇ ਤੋਂ ਚੱਲ ਰਹੀ ਹੈ। ਦੱਸ ਦਈਏ ਕਿ ਮੋਹਾਲੀ ਅਤੇ ਅੰਮ੍ਰਿਤਸਰ 'ਚ ਛਾਪੇਮਾਰੀ ਜਾਰੀ ਹੈ, ਜਦਕਿ ਜਲੰਧਰ ਦੇ ਪਿੰਡ ਤਾਜਪੁਰ ਅਤੇ ਕਪੂਰਥਲਾ ਦੇ ਪਿੰਡ ਖੋਜੇਵਾਲਾ ਵਿਖੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਈ ਤਰ੍ਹਾਂ ਦੇ ਰਿਕਾਰਡਾਂ ਨੂੰ ਖੰਗਾਲਿਆ ਜਾ ਰਿਹਾ ਹੈ। ਫਿਲਹਾਲ ਇਸ ਛਾਪੇਮਾਰੀ ਦੇ ਕੀ ਕਾਰਨ ਹਨ ਅਤੇ ਇਸ ਛਾਪੇਮਾਰੀ ਦੌਰਾਨ ਕੀ ਕੁਝ ਬਰਾਮਦ ਹੋਇਆ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਅਡਾਨੀ ਗਰੁੱਪ ਨੇ ਹਿਡਨਬਰਗ ਰਿਸਰਚ ਦੇ ਦੋਸ਼ਾਂ ਦੇ ਜਵਾਬ 'ਚ ਜਾਰੀ 413 ਪੰਨਿਆਂ ਦਾ ਸਪਸ਼ਟੀਕਰਨ ਦਿੱਤਾ ਹੈ। ਇਸ ਤੇ ਹਿਡਨਬਰਗ ਰਿਸਰਚ ਨੇ ਅੱਜ ਕਿਹਾ ਹੈ ਕਿ ਉਹ ਮੰਨਦਾ ਹੈ ਕਿ ਭਾਰਤ ਵੱਡਾ ਲੋਕਤੰਤਰ ਅਤੇ ਉੱਭਰਦੀ ਮਹਾਸ਼ਕਤੀ ਹੈ। ਅਡਾਨੀ ਸਮੂਹ ਭਾਰਤ ਦੇ ਭਵਿੱਖ ਨੂੰ ਯੋਜਨਾਬੱਧ ਢੰਗ ਨਾਲ ਲੁੱਟ ਕੇ ਰੋਕ ਰਿਹਾ ਹੈ। ਹਿਡਨਬਰਗ ਨੇ ਅਡਾਨੀ ਸਮੂਹ ਦੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ ਕਿ ਉਸ ਦੀ ਰਿਪੋਰਟ ਭਾਰਤ ਤੇ ਹਮਲਾ ਸੀ। ਹਿਡਨਬਰਗ ਨੇ ਕਿਹਾ ਕਿ ਧੋਖਾਧੜੀ ਨੂੰ ਰਾਸ਼ਟਰਵਾਦ ਜਾਂ ਵਧਾ ਚੜਾ ਕੇ ਪ੍ਰਤੀਕਰਮ ਰਾਹੀਂ ਢਕਿਆ ਨਹੀਂ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸੱਚਾ ਸੌਦਾ ਰਾਮ ਰਹੀਮ ਦੀ ਰਿਹਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਹੁਣ ਉਸ ਬੇਅਦਬੀ ਦੇ ਦੋਸ਼ੀ ਨੂੰ ਵਾਰ-ਵਾਰ ਪੈਰੋਲ ਦੇ ਕੇ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਸੱਟ ਮਾਰ ਰਹੀ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ। ਇਸੇ ਕਾਰਜ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਕਮੇਟੀ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਉਸ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਅਸੀਂ 2-3 ਦਿਨਾਂ ਦੇ ਵਿੱਚ ਇੱਕ ਹਾਈ ਕੋਰਟ ਦੇ ਵਿੱਚ PIL ਪਾਉਣ ਜਾ ਰਹੇ ਹਾਂ, ਪਬਲਿਕ ਇੰਟਰਸਟ ਲਿਟੀਗੇਸ਼ਨ, ਔਰ ਚੇਚੇ ਤੌਰ ਤੇ ਇਹ 'ਤੇ ਫੋਕਸ ਕਰਾਂਗੇ ਕਿ ਪੈਰੋਲ ਤੇ ਆਇਆ ਬੰਦਾ ਸਲਾਮਤਪੁਰ ਡੇਰੇ ਤੇ ਭਾਵੇਂ ਵਰਚੁਅਲ ਤੌਰ ਤੇ ਉੱਤੋਂ ਮੁਖਾਤਬ ਕਰ ਰਿਹਾ, ਪਰ ਪਿੱਛੇ ਨੂੰ ਜੇ ਨਿਗਾਹ ਮਾਰੋ ਤੇ ਸਾਰੇ ਜਿੰਨੀਆਂ ਵੀ ਘਟਨਾਵਾਂ ਸ਼ੁਰੂ ਹੋਈਆਂ ਇੱਥੋਂ ਹੋਈਆਂ। ਤੇ ਅੱਜ ਮੈਂ ਸਮਝਦਾ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ, ਅੱਜ ਤਾਂ ਅਦਾਲਤਾਂ ਨੂੰ ਵੀ ਚਾਹੀਦਾ ਵੀ ਜੇ ਇਦਾਂ ਦੇ ਬੰਦੇ ਨੂੰ ਇੱਥੇ ਲਿਆ ਕੇ ਮੁੜ ਪੰਜਾਬ ਨੂੰ ਵੀ ਭੱਠੀ ਦੇ ਵਿੱਚ ਝੋਕਣਾ, ਇਹ ਬਹੁਤ ਮਾੜੀ ਗੱਲ ਆ। ਤੇ ਮੈਂ ਸਮਝਦਾ ਇਹਦੇ ਪਿੱਛੇ ਇੱਕ 24 ਦੀ ਜਿਹੜੀ ਪਾਰਲੀਮੈਂਟ ਦੀ ਚੋਣ ਆ, ਸ਼ਾਇਦ ਉਹ ਵੀ ਮੋਟਿਵ ਹੋਊਗਾ। ਨਹੀਂ ਤਾਂ ਇਦਾਂ ਹੁੰਦੀ ਨਹੀਂ ਕਦੇ ਵੀ ਬੰਦਾ 4 ਵਾਰੀ 5 ਵਾਰੀ ਲਗਾਤਾਰ ਇਹ ਪੈਰੋਲ ਦੇ ਉੱਤੇ ਆ ਜਾਵੇ। ਸੋ ਜਥੇਬੰਦੀਆਂ ਜਿਹੜੀਆਂ, ਉਹਨਾਂ ਦਾ ਹੱਕ ਵੀ ਬਣਦਾ, ਹੱਕ ਇਸ ਕਰਕੇ ਬਣਦਾ ਕਿ ਇਹ ਪੰਜਾਬ ਦੀ ਧਰਤੀ ਗੁਰਾਂ ਦੇ ਨਾਂ ਤੇ ਵਸਦੀ ਆ। ਤੇ ਜ਼ਿਲ੍ਹੇ ਸਿਧਾਂਤਕ ਤੌਰ ਤੇ ਕਿਉਂਕਿ ਵੱਡਾ ਦੋਸ਼ੀ ਆ ਬਰਗਾੜੀ ਕਾਂਡ ਦਾ, ਔਰ ਉਹ ਬਰਗਾੜੀ ਕਾਂਡ ਦਾ ਦੋਸ਼ੀ ਇਸ ਕਰਕੇ ਗੁਰੂ ਸਾਹਿਬ ਜੀ ਦੇ ਆਦਬ ਤੇ ਸਤਿਕਾਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਰੋਲਿਆ, ਉਹਦਾ ਮੁੱਖ ਦੋਸ਼ੀ ਆ। ਤੇ ਮੁੱਖ ਦੋਸ਼ੀ ਹੋਣ ਦੇ ਨਾਤੇ ਉਹਨੂੰ ਕਦੇ ਸਟੇਟ ਗੈਸਟ ਬਣਾਇਆ ਜਾਂਦਾ, ਕਦੇ ਕੁਝ ਬਣਾਇਆ ਜਾਂਦਾ। ਮੈਂ ਸਮਝਦਾ ਇਹ ਬਹੁਤ ਵੱਡੀ ਮਾੜੀ ਗੱਲ ਆ। ਪਰ ਮੈਂ ਉਹਨਾਂ ਸਿੱਖਾਂ ਦੇ ਵੀ ਨਾਲ ਆ ਜਿਹੜੇ ਜੋਸ਼ੋ ਖਰੋਸ਼ ਦੇ ਨਾਲ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਨੇ। ਸਲਾਮਤਪੁਰ ਦੇ ਡੇਰੇ ਦੇ ਵਿੱਚ ਮੈਂ ਸਮਝਦਾ ਸੀ ਵੀ ਮੋਹਾਲੀ ਆ, ਮੋਹਾਲੀ 'ਚ ਕਿਉਂਕਿ ਬੰਦੀ ਸਿੱਖਾਂ ਲਈ ਮੋਰਚਾ ਲੱਗਾ ਆ ਤੇ ਸਲਾਮਤਪੁਰ ਦੇ ਡੇਰੇ ਦੇ ਵਿੱਚ ਜਾਂਦੇ ਆ। ਇਹ ਸਿੱਖ ਦੀ ਜਿਹੜੀ ਆਪਣੇ ਜਜ਼ਬਾਤ ਆ ਉਹਨਾਂ ਨੂੰ ਭੜਕਾਉਂਦੇ ਆ, ਬਹੁਤ ਮਾੜੀ ਗੱਲ। ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਰੇਲਵੇ ਟਰੈਕ ਰੋਕ ਰੱਖਿਆ ਸੀ। ਅੱਜ IG ਬਾਰਡਰ ਜ਼ੋਨ SSP ਬਟਾਲਾ SDM ਬਟਾਲਾ ਨੇ ਸਰਕਾਰ ਦੇ ਬਿਹਾਫ ਤੇ 15 ਦਿਨਾਂ ਵਿੱਚ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦੇ ਕੇ ਧਰਨਾ ਮੁਲਤਵੀ ਕਰਵਾ ਦਿੱਤਾ ਹੈ। ਹੁਣ ਜੇਕਰ 15 ਫਰਵਰੀ ਤੱਕ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਅਗਲਾ ਰੇਲ ਰੋਕੂ ਮੋਰਚਾ 20 ਫਰਵਰੀ ਤੋਂ ਸ਼ੁਰੂ ਹੋਵੇਗਾ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਹਰ ਪ੍ਰਕਾਰ ਦੇ ਨਿਕਲ ਰਹੇ ਹਾਈਵੇ ਤਹਿਤ ਆ ਰਹੀਆਂ ਜ਼ਮੀਨਾਂ ਦਾ ਇਕਸਾਰ ਅਤੇ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ। ਉਲਟਾ ਪ੍ਰਸ਼ਾਸਨ ਪੁਲਿਸ ਦੀ ਹਾਜ਼ਰੀ ਵਿੱਚ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਲੈਣ ਦੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਹੈ, ਜੋ ਬਿਲਕੁਲ ਗੈਰ ਸਿਧਾਂਤਕ ਹੈ। ਇਸੇ ਤਰ੍ਹਾਂ ਤੈਅ ਗੰਨੇ ਦਾ ਭਾਅ 380 ਰੁਪਏ ਕਿਸਾਨਾਂ ਨੂੰ ਦੇਣ ਦੀ ਬਜਾਏ ਕੇਵਲ 330 ਹੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ 50 ਰੁਪਏ ਪ੍ਰਤੀ ਕੁਇੰਟਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਣਾ ਸੀ। ਕੇਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਨਾ ਹੀ 14 ਦਿਨਾਂ ਤੋਂ ਉੱਪਰ ਹੋਣ ਤੇ ਵਿਆਜ ਸਮੇਤ ਭੁਗਤਾਨ ਕੀਤਾ ਜਾ ਰਿਹਾ ਹੈ, ਜੋ ਸ਼ਾਸਨ ਤੇ ਸਰਕਾਰ ਦੀ ਨਲਾਇਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਅਧਿਕਾਰੀਆਂ ਨੇ ਸਰਕਾਰ ਦੇ ਬਿਹਾਫ ਤੇ 15 ਦਿਨਾਂ ਵਿੱਚ ਮੰਗਾਂ ਮਸਲਿਆਂ ਦਾ ਨਿਪਟਾਰਾ ਕਰਨ ਦਾ ਆਸ਼ਵਾਸਨ ਦੇ ਕੇ ਧਰਨਾ ਮੁਲਤਵੀ ਕਰਵਾਇਆ ਹੈ। ਲਗਭਗ ਅੱਜ ਬਟਾਲਾ ਰੇਲ ਟਰੈਕ ਜਾਮ ਹੋਏ ਨੂੰ ਦੂਸਰਾ ਦਿਨ ਹੈਗਾ ਵਾ।
ਔਰ ਜਿਹੜੀਆਂ ਤਕਰੀਬਨ ਸਾਡੀਆਂ ਮੀਟਿੰਗਾਂ ਹੋ ਗਈਆਂ ਲਗਭਗ 4 ਤੋਂ 5 ਦੌਰ ਹੋਏ ਆ। ਕੱਲ ਰਾਤ ਵੀ ਮੀਟਿੰਗਾਂ ਹੋਈਆਂ ਸੀਗੀਆਂ। ਡੀਸੀ ਗੁਰਦਾਸਪੁਰ ਚੰਡੀਗੜ੍ਹ ਗਏ ਹੋਏ ਆ, ਉਹਨਾਂ ਨਾਲ ਵੀ 2-3 ਵਾਰੀ ਗੱਲਬਾਤ ਹੋਈ ਆ। ਇਹਨਾਂ ਨੇ ਚੰਡੀਗੜ੍ਹ ਮੁੱਖ ਮੰਤਰੀ ਨਾਲ ਹੋਰ ਅਫਸਰ ਸਾਹਿਬਾਨਾਂ ਨਾਲ ਵੀ ਗੱਲ ਕੀਤੀ ਆ ਤੇ ਜਿਹੜੀ ਪ੍ਰਪੋਜ਼ਲ ਬਣੀ ਆ, ਪ੍ਰਪੋਜ਼ਲ ਵਿੱਚ ਇਹ ਤੈਅ ਹੋਇਆ, ਜਿਹੜਾ ਆਈਜੀ ਸਾਹਿਬ ਸਟੇਜ ਤੋਂ ਆ ਕੇ ਸਾਰਾ ਆਸ਼ਵਾਸਨ ਦੇਣਗੇ ਵੀ ਜਿਹੜਾ ਜ਼ਮੀਨਾਂ ਦਾ ਮੁਆਵਜ਼ਾ ਲੈਣ ਦਾ ਸਵਾਲ ਹੈ, ਇਕਸਾਰ ਵੀ ਯੋਗ ਮੁਆਵਜ਼ਾ, ਉਹਦੇ ਲਈ ਦਰਖਾਸਤਾਂ ਦੀ ਗਈਆਂ। 15 ਫਰਵਰੀ ਤੱਕ ਜ਼ਿਆਦਾਤਰ ਕੇਸਾਂ ਦਾ ਨਿਪਟਾਰਾ ਉਹ ਕਹਿੰਦੇ ਅਸੀਂ ਕਰ ਦਿਆਂਗੇ। ਆਰਬਿਟ੍ਰੇਸ਼ਨ ਲਈ ਕਿਸਾਨ ਜਥੇਬੰਦੀ ਆਰਬਿਟ੍ਰੇਸ਼ਨ ਨੂੰ ਨਹੀਂ ਮੰਨਦੀ ਹੈ ਕਿ ਉਹਨਾਂ ਨੇ ਡੀਸੀ ਨੂੰ ਐਪਲੀਕੇਸ਼ਨਾਂ ਦੇ ਦਿੱਤੀਆਂ। ਉਹ ਕਹਿੰਦੇ ਅਸੀਂ ਇਸ ਤਰੀਕੇ ਨਾਲ ਥੋੜਾ ਨਿਪਟਾਰਾ ਕਰ ਦਾਂਗੇ। ਅੱਜ ਚੰਡੀਗੜ੍ਹ ਦੇ ਵਿੱਚ ਜਿਹੜੀ ਆਰਬਿਟ੍ਰੇਸ਼ਨ ਦੀ ਮੁਖੀ ਆਪਣੀ ਜਲੰਧਰ ਦੀ ਕਮਿਸ਼ਨਰ ਹੈ, ਉਹਨਾਂ ਨਾਲ ਵੀ ਡੀਸੀ ਗੁਰਦਾਸਪੁਰ ਦੀ ਗੱਲਬਾਤ ਹੋਈ ਆ ਤੇ ਹਾਈਵੇ ਦੇ ਚੇਅਰਮੈਨ ਨਾਲ ਅੱਜ ਸ਼ਾਮ ਨੂੰ ਉਹ ਮੀਟਿੰਗ ਕਰ ਰਹੇ ਨੇ। ਇੱਕ ਤਾਂ ਇਹ ਆ, ਬਾਕੀ ਗੰਨੇ ਦਾ ਬਕਾਇਆ ਵਾ 14 ਦਿਨ ਛੱਡ ਕੇ 31 ਜਨਵਰੀ ਤੱਕ ਦੇ ਜਿਹੜੇ ਪੈਸੇ ਆ ਉਹ 15 ਫਰਵਰੀ ਨੂੰ ਕਿਸਾਨਾਂ ਦੀ ਪੇਮੈਂਟ ਹੋ ਜੂਗੀ। 14 ਦਿਨ ਡਿਲੇ, 14 ਦਿਨ ਵਿੱਚ ਸਮਾਂ ਹੁੰਦਾ, ਉਹ ਸਾਰੀ ਹੋ ਜੂਗੀ। ਲਗਭਗ ਸਾਰੀਆਂ ਮਿੱਲਾਂ ਦੇ ਸਾਥੋਂ ਕੈਲੰਡਰ ਆ ਗਏ ਆ ਤੇ ਬੁੱਟਰ ਮਿਲ ਦਾ ਕੈਲੰਡਰ ਰਹਿ ਰਿਹਾ, ਕਹਿੰਦੇ ਉਹ ਵੀ ਤੁਹਾਨੂੰ ਮੁਹੱਈਆ ਕਰਾ ਦਿੱਤਾ ਜਾਊਗਾ। ਆਪਣਾ ਪੋਲਟਰੀ ਫਾਰਮ ਦਾ ਇਸ਼ੂ ਸੀਗਾ ਇੱਥੇ, ਜਿਹੜਾ ਪੋਲੂਸ਼ਨ ਫੈਲਾ ਰਿਹਾ ਸੀ, ਉਹਦੇ ਲੇਟ ਨਾਈਟ ਕਹਿੰਦੇ ਆਰਡਰ ਕਰਕੇ ਬੰਦ ਦੇ ਆਰਡਰ ਚੇਅਰਮੈਨ ਗੁਰਦਾਸਪੁਰ ਦੀ, ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਚੰਡੀਗੜ੍ਹ ਨਾਲ ਗੱਲਬਾਤ ਹੋਈ ਤੇ ਉਹਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਜਾਣਗੇ। ਇਹਦੇ ਨਾਲ ਜਿਹੜੇ ਸ਼ਹੀਦ ਪਰਿਵਾਰ ਆ ਉਹਦੇ ਵਾਸਤੇ ਸਿਫਾਰਸ਼ਾਂ ਕਰ ਦਿੱਤੀਆਂ ਗਈਆਂ ਜਿਹੜੇ ਗੁਰਦਾਸਪੁਰ ਨਾਲ ਸੰਬੰਧਿਤ ਆ ਤੇ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਜਿਹੜਾ ਮੁਆਵਜ਼ਾ ਤੇ ਨੌਕਰੀ ਦੀ ਗੱਲ ਸਿਰੇ ਲਾ ਦਿੱਤੀ ਜਾਊਗੀ। ਇਹ ਸੀਗੇ ਸਾਡੇ 3-4 ਗੁਰਦਾਸਪੁਰ ਨਾਲ ਇਸ਼ੂ। ਲੋਕਲ ਮਸਲਿਆਂ ਵਾਸਤੇ ਕਿਸਾਨਾਂ ਦੇ ਨਿੱਕੇ ਮੋਟੇ ਮਸਲੇ ਆ। ਆਪਣੇ ਐਸਐਸਪੀ ਗੁਰਦਾਸਪੁਰ ਨਾਲ ਐਸਡੀਐਮ ਗੁਰਦਾਸਪੁਰ ਨਾਲ 2 ਫਰਵਰੀ ਦੀ ਮੀਟਿੰਗ ਤੈਅ ਹੋਈ ਆ। 9 ਤਰੀਕ ਨੂੰ ਗੁਰਦਾਸਪੁਰ ਡੀਸੀ ਐਸਐਸਪੀ ਗੁਰਦਾਸਪੁਰ ਨਾਲ ਲੋਕਲ ਮਸਲਿਆਂ ਤੇ ਕਿਸਾਨ ਜਾ ਕੇ ਆਪਣੇ ਛੋਟੇ ਮੋਟੇ ਬਥੇਰੇ ਮਸਲੇ ਆ ਉਹਨਾਂ ਦੀ ਮੀਟਿੰਗ ਕਰਨਗੇ ਤੇ ਇਹ ਸਾਡਾ ਫੈਸਲਾ। ਇਸ ਕਰਕੇ ਦੂਸਰਾ ਜਿਹੜੀ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਵੱਡੇ ਦਿਲੀ, ਸਰਕਾਰ ਮੁੱਕਰਦੀ ਆ ਕੱਲ ਨੂੰ ਫੈਸਲਾ ਕਰਕੇ, ਉਹਦੀ ਮਰਜ਼ੀ ਆ, ਮੁੱਕਰ ਸਕਦੀ ਆ। ਅਸੀਂ ਵੱਡਾ ਦਿਲ ਕਰਕੇ ਕਿਹਾ ਵੀ ਰੇਲ ਟਰੈਕ ਲੰਮਾ ਨਾ ਚੱਲੇ, ਇੱਕ ਵਾਰੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ। ਔਰ ਅਸੀਂ ਜੇ ਸਰਕਾਰ ਮੁੱਕਰਦੀ ਆ ਤੇ ਇਹ ਵੀ ਫੈਸਲਾ ਕਰ ਲਿਆ ਵੀ 20 ਫਰਵਰੀ ਨੂੰ ਅਸੀਂ ਇਹੀ ਰੇਲ ਟਰੈਕ ਗੁਰਦਾਸਪੁਰ 'ਚ ਜਾਮ ਕਰਾਂਗੇ। ਜੇ ਇਹ ਵਾਅਦਿਆਂ ਤੋਂ ਭੱਜਦੇ ਇਹਨਾਂ ਨੇ 15 ਦੀ ਡੈਡਲਾਈਨ ਦੇਣੀ ਸਾਨੂੰ, ਅਸੀਂ 5 ਦਿਨ ਹੋਰ ਦਹਾਂਗੇ। ਤੇ ਅਸੀਂ ਪੰਜਾਬ ਦੀ ਸਾਰੀ ਪ੍ਰੈਸ ਨੂੰ ਹੱਥ ਜੋੜ ਕੇ ਬੇਨਤੀ, ਸਾਡਾ ਪੱਖ ਲੈ ਕੇ ਜਾਣ। ਅਸੀਂ ਰੇਲਾਂ ਜਾਮ ਕਰਨਾ ਨਹੀਂ ਚਾਹੁੰਦੇ, ਪਰ ਜੇ ਸਾਡੀਆਂ ਪੱਖ ਸੁਣਿਆ ਨਹੀਂ ਜਾਊਗਾ, ਸਾਡੀ ਪੱਖ ਸੁਣਿਆ ਨਹੀਂ ਜਾਊਗਾ, ਉਹਦੇ ਵਿੱਚ ਜਿਹੜੀਆਂ ਇਹਨਾਂ ਨੇ ਮੰਗਾਂ ਮੰਨ ਲਈਆਂ ਉਹ ਲਾਗੂ ਕਰਾਵਾਂਗੇ। ਪੰਜਾਬ ਵਿੱਚ ਨਸ਼ਿਆਂ ਦੀ ਭਰ ਮਾਰਿਆ, ਨਸ਼ਿਆਂ ਦਾ ਮੁੱਦਾ ਪਾਵਾਂਗੇ। ਪੰਜਾਬ ਦੇ ਦਰਿਆਵਾਂ ਦਾ ਤੇ ਜ਼ਮੀਨ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ, ਉਹ ਮੁੱਦਾ ਵੀ ਚੱਕਾਂਗੇ। ਜਿਹੜੀ ਧਾਰੀਵਾਲ ਸਾਹਿਬ ਨਾਲ ਕੈਬਨਿਟ ਮੰਤਰੀ ਨਾਲ ਮੀਟਿੰਗ ਹੋਈ ਸੀ ਪੰਜਾਬ ਭਵਨ ਵਿੱਚ, ਉਹਦੀਆਂ ਮੰਗਾਂ ਲਾਗੂ ਨਹੀਂ ਹੋਈਆਂ, ਉਹ ਮੁੱਦੇ ਵੀ ਚੱਕਾਂਗੇ ਅਗਲੇ ਆਉਣ ਵਾਲੇ ਰੇਲ ਰੋਕੋ ਦੇ ਵਿੱਚ ਹੈਗਾ। ਹਾਂ, ਅਸੀਂ ਆਸ ਰੱਖਾਂਗੇ ਪੰਜਾਬ ਸਰਕਾਰ ਕੋ, ਭਗਵੰਤ ਮਾਨ ਜੀ ਕੋ, ਵੀ ਸਾਨੂੰ ਰੇਲ ਤੇ ਆਉਣ ਨਹੀਂ ਦਿੱਤਾ ਜਾਊਗਾ, ਮਸਲਿਆਂ ਦਾ ਹੱਲ ਸਮਾਂ ਰਹਿੰਦਿਆਂ ਹੋ ਜਾਊਗਾ। ਪੇਸ਼ਾਵਰ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜ਼ੋਨ ਵਿੱਚ ਪੈਂਦੀ ਮਸਜਿਦ ਵਿੱਚ ਅੱਜ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ਵਿੱਚ ਘੱਟੋ-ਘੱਟ 61 ਵਿਅਕਤੀਆਂ ਦੀ ਮੌਤ ਅਤੇ 150 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸੁਰੱਖਿਆ ਤੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀਆਂ 'ਚ ਬਹੁ ਗਿਣਤੀ ਪੁਲਿਸ ਮੁਲਾਜ਼ਮਾਂ ਦੀ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਉਧਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਆਤਮਘਾਤੀ ਹਮਲਾ ਕਰਕੇ ਆਪਣੇ ਮਰਹੂਮ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਦੀ ਮੌਤ ਦਾ ਬਦਲਾ ਲਿਆ ਹੈ। ਖੁਰਾਸਾਨੀ ਪਿਛਲੇ ਸਾਲ ਅਗਸਤ ਵਿੱਚ ਅਫਗਾਨਿਸਤਾਨ 'ਚ ਮਾਰਿਆ ਗਿਆ ਸੀ। ਉਧਰ ਪੇਸ਼ਾਵਰ ਦੇ ਹਸਪਤਾਲਾਂ 'ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਹਸਪਤਾਲ ਨੇ ਸ਼ਹਿਰੀਆਂ ਨੂੰ ਖੂਨਦਾਨ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਹਤਿਆਤ ਵਜੋਂ ਰਾਜਧਾਨੀ ਇਸਲਾਮਾਬਾਦ ਸਣੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਸੂਈਆ ਤੰਤਰ ਵਿੱਚ ਸੁਧਾਰ ਤੇ ਜ਼ੋਰ ਦਿੱਤਾ ਹੈ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਬਾਅਦ ਦੁਪਹਿਰ 1:30 ਵਜੇ ਦੇ ਕਰੀਬ ਪੁਲਿਸ ਲਾਈਨਸ ਇਲਾਕੇ ਵਿਚਲੀ ਮਸਜਿਦ ਵਿੱਚ ਹੋਇਆ। ਦੁਪਹਿਰ ਦੀ ਨਮਾਜ਼ ਮੌਕੇ ਪਹਿਲੀ ਕਤਾਰ ਵਿੱਚ ਮੌਜੂਦ ਖੁਦਕੁਸ਼ ਬੰਬਾਰ ਨੇ ਖੁਦ ਨੂੰ ਉਡਾ ਲਿਆ। ਪੇਸ਼ਾਵਰ ਦੇ ਕਮਿਸ਼ਨਰ ਰਿਆਜ਼ ਮਹਿਸੂਦ ਨੇ ਕਿਹਾ ਕਿ ਮਸਜਿਦ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਡਿਪਟੀ ਕਮਿਸ਼ਨਰ ਨੇ ਮੀਡੀਆ ਨੂੰ ਦੱਸਿਆ ਕਿ ਆਤਮਘਾਤੀ ਹਮਲੇ ਵਿੱਚ 50 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ, ਜਦੋਂ ਕਿ 100 ਤੋਂ ਵੱਧ ਹੋਰ ਲੋਕ ਜ਼ਖਮੀ ਹੋ ਗਏ ਹਨ।